जिस तरीके ਦੇ ਯੂਕਰੇਨ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਪੰਜਾਬ ਦੇ ਵੱਲੋਂ ਵੀ ਜਿੰਨੀ ਕੁ ਸਹਾਇਤਾ ਉਹਨਾਂ ਦੇ ਵੱਲੋਂ ਹੋ ਰਹੀ ਹੈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਪੰਜਾਬ ਤੋਂ ਯੂਕਰੇਨ ਵੱਲ ਚੌਲਾਂ ਦੇ ਟਰੱਕ ਭੇਜੇ ਜਾ ਰਹੇ ਸੀ ਪਰ ਉਹ ਰਸਤੇ ਦੇ ਵਿੱਚ ਹੀ ਫਸ ਗਏ ਤੇ ਕਿਹਾ ਜਾ ਰਿਹਾ ਕਿ ਕਰੋੜਾਂ ਦਾ ਨੁਕਸਾਨ ਜਿਹੜਾ ਹੋਣ ਦਾ ਖਦਸ਼ਾ ਉਹ ਜਤਾਇਆ ਜਾ ਰਿਹਾ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਹਾਇਤਾ ਵਾਸਤੇ ਆਪਦੇ ਦਰ ਖੋਲ੍ਹੇ ਸੀ ਕਿ ਭਾਰਤ ਜਿਹੜਾ ਹੈਗਾ ਉਹ ਉੱਥੇ ਯੂਕਰੇਨ ਵਾਸੀਆਂ ਦੀ ਮਦਦ ਕਰ ਸਕਦਾ ਜਿਹੜੇ ਇਸ ਵੇਲੇ ਬਹੁਤ ਫਸੇ ਹੋਏ ਨੇ। ਬਿਜਲੀ ਨਿਗਮ ਨੇ ਪੰਜਾਬ ਸਰਕਾਰ ਤੋਂ 20,500 ਕਰੋੜ ਦੀ ਬਿਜਲੀ ਸਬਸਿਡੀ ਲੈਣੀ ਸੀ। ਸਰਕਾਰ ਨੇ 11,500 ਬਿਜਲੀ ਨਿਗਮ ਨੂੰ ਅਦਾ ਕਰਤੇ ਤੇ ਇਹ 8500 ਕਰੋੜ ਰੁਪਈਆ ਬਕਾਇਆ ਖੜੀ ਹੈ। ਉਹ ਸਰਕਾਰ ਨੂੰ ਬਾਕੀ ਚੀਜ਼ਾਂ ਛੱਡ ਦਿਓ, 8500 ਕਰੋੜ ਰੁਪਈਆ ਤਾਂ 31 ਮਾਰਚ ਤੋਂ ਪਹਿਲਾਂ ਪੰਜਾਬ ਬਿਜਲੀ ਨਿਗਮ ਨੂੰ ਦੇਣਾ ਪਵੇਗਾ। 1978 ਤੱਕ ਇਹਨਾਂ ਸਿਆਸੀ ਆਗੂਆਂ ਦਾ ਕਿੰਨਾ ਕੁ ਆਮਦਨ ਸੀ, ਕਿੰਨੀਆਂ ਕੁ ਜਾਇਦਾਦਾਂ ਸੀ ਤੇ ਅੱਜ ਕਿੰਨੀਆਂ ਨੇ। ਪੰਜਾਬ ਆਰਥਿਕ ਪੱਖ ਤੇ ਉਦੋਂ ਕਿੱਥੇ ਖੜਾ ਸੀ, ਅੱਜ ਕਿੱਥੇ ਹੈ। ਬਿਲਕੁਲ ਇਹ ਚੀਜ਼ ਕਿਸੇ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਤੋਂ ਕਰਾਈ ਜਾਵੇ, ਇੱਕ ਬੈਂਚ ਤੋਂ ਕਰਾਈ ਜਾਵੇ ਤਾਂ ਪੰਜਾਬ ਨੂੰ ਬਹੁਤ ਹੀ ਚੁਕਾਣੇ ਵਾਲੇ ਅੰਕੜੇ ਸਾਹਮਣੇ ਆਉਣਗੇ। सत श्री अकाल, मैं रीना धीमान ते तुसीं देख रहे हो D5 चैनल पंजाबी ते प्रोग्राम लैके हाज़र हाँ। एक मेरी भी सुनो। इस प्रोग्राम ਦੇ ਵਿੱਚ ਅਸੀਂ ਵੱਖ-ਵੱਖ ਵਿਸ਼ੇ ਨੂੰ ਲੈ ਕੇ ਚਰਚਾ ਕਰਦੇ ਹਾਂ ਤੇ ਅੱਜ ਦੇ ਵਿਸ਼ੇ ਉਹ ਵੀ ਕਾਫੀ ਅਹਿਮ ਰਹਿਣ ਵਾਲੇ ਨੇ ਜਿਸ ਤੇ ਚਰਚਾ ਕਰਾਂਗੇ ਬਿਕਰਮ ਮਜੀਠੀਆ ਨੂੰ ਲੈ ਕੇ ਜੋ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਜਿੱਥੇ ਉਹਨਾਂ ਦੇ ਵੱਲੋਂ ਪਾਠ ਕੀਤਾ ਜਾ ਰਿਹਾ ਤੇ ਮਹਾਨ ਸ਼ਖਸੀਅਤ ਦੀਆਂ ਕਿਤਾਬਾਂ ਵੀ ਉਹਨਾਂ ਦੇ ਵੱਲੋਂ ਪੜ੍ਹੀਆਂ ਜਾ ਰਹੀਆਂ ਨੇ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਜੋ 12ਵੀਂ ਦੇ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਲਗਾਤਾਰ ਇਹ ਵਿਵਾਦ ਵਧਦਾ ਜਾ ਰਿਹਾ। ਉੱਥੇ ਹੀ ਪ੍ਰਗਟ ਸਿੰਘ ਦਾ ਵੀ ਇਸ ਪੂਰੇ ਮਾਮਲੇ ਨੂੰ ਲੈ ਕੇ ਵੱਡਾ ਬਿਆਨ ਸਾਹਮਣੇ ਆਇਆ। ਇਸ ਤੇ ਚਰਚਾ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਕਿ ਨਵੀਂ ਸਰਕਾਰ ਨੂੰ ਹੀ ਦੇਣੀ ਪਵੇਗੀ ਬਕਾਇਆ ਰਾਸ਼ੀ 85 ਕਰੋੜ ਰੁਪਏ ਦੀ ਜਿਹੜੀ ਬਿਜਲੀ ਦੀ ਸਬਸਿਡੀ ਦੀ ਰਕਮ ਆ। ਇਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਵਿਸ਼ੇ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਇਹਨਾਂ ਪੂਰੇ ਵਿਸ਼ਿਆਂ ਤੇ ਗੱਲਬਾਤ ਕਰ ਲਈ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਸਭ ਤੋਂ ਪਹਿਲਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ-ਬਹੁਤ ਮਿਹਰਬਾਨੀ ਜੀ। ਢਿੱਲੋਂ ਜੀ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਬਿਕਰਮ ਮਜੀਠੀਆ ਨੂੰ ਲੈ ਕੇ ਜੋ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਪਰ ਉੱਥੇ ਲਗਾਤਾਰ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਜੇਲ੍ਹ ਦੇ ਵਿੱਚ ਬੈਠ ਕੇ ਉਹਨਾਂ ਦੇ ਵੱਲੋਂ ਗੁਰਬਾਣੀ ਦਾ ਪਾਠ ਵੀ ਕੀਤਾ ਜਾ ਰਿਹਾ ਤੇ ਇਸ ਦੇ ਨਾਲ ਹੀ ਜਿਹੜੇ ਮਹਾਨ ਸ਼ਖਸੀਅਤਾਂ ਨੇ ਉਹਨਾਂ ਦੀਆਂ ਕਿਤਾਬਾਂ ਵੀ ਉਹਨਾਂ ਦੇ ਵੱਲੋਂ ਪੜ੍ਹੀਆਂ ਜਾ ਰਹੀਆਂ ਨੇ। ਰੀਨਾ ਜੀ, ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਨੇ ਜੀ। ਉਹਨਾਂ ਦੀ ਰੁਚੀ ਪਾਠ ਵਗੈਰਾ ਦੇ ਵਿੱਚ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਹੈ। ਆਮ ਲੋਕਾਂ ਦੇ ਵਿੱਚ ਚਰਚਾ ਹੈ ਕਿ ਮਜੀਠੀਆ ਸਾਹਿਬ ਜਦੋਂ ਸਵੇਰੇ ਤਿਆਰ ਹੁੰਦੇ ਆ ਉਹਨਾਂ ਦੇ ਘਰ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੈ ਜੀ। ਉਹ ਤਿਆਰ ਹੋ ਕੇ ਪੰਜੇ ਬਾਣੀਆਂ ਦਾ ਪਾਠ ਕਰਕੇ ਗੁਰੂ ਦਾ ਹੁਕਮਨਾਮਾ ਲੈ ਕੇ ਫਿਰ ਜਿਹਨੂੰ ਅੰਮ੍ਰਿਤਸਰ ਦੇ ਲੋਕ ਵਾਕ ਕਹਿੰਦੇ ਨੇ ਜੀ, ਉਹ ਕਿਸੇ ਵੇਲੇ ਆਪਣੇ ਮਾਲਵੇ ਦੇ ਵਿੱਚ ਵੀ ਵਾਕ ਦੇ ਨਾਲ ਮਸ਼ਹੂਰ ਸੀ ਪਰ ਬਾਅਦ ਦੇ ਵਿੱਚ ਹੁਕਮਨਾਮਾ ਕਹਿਣ ਲੱਗ ਪਏ ਕਿਉਂਕਿ ਦਰਬਾਰ ਸਾਹਿਬ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਹੀ ਵਰਤਿਆ ਜਾ ਰਿਹਾ ਹੈ। ਜਦੋਂ ਬੰਦਾ ਰੀਨਾ ਜੇਲ੍ਹ 'ਚ ਇਕਾਂਤਵਾਸ ਫਿਰ ਉਹ VVIP ਵੀ ਹੈ ਜੀ, ਜਾਂ ਤਾਂ ਬੰਦੇ ਨੂੰ ਦੂਜੇ ਕੈਦੀਆਂ ਦੇ ਨਾਲ ਰੱਖਿਆ ਜਾਵੇ ਫਿਰ ਤਾਂ ਉੱਥੇ ਜੀ ਲਵਾਉਣ ਵਾਲੇ ਬਹੁਤ ਨੇ ਜੀ, ਪਰ ਅਜਿਹੇ ਕੈਦੀ ਨੂੰ ਸੁਰੱਖਿਆ ਕਰਕੇ ਹਵਾਲਾਤੀ, ਇਹ ਕੈਦੀ ਨਹੀਂ ਹੈਗੇ ਹਵਾਲਾਤੀ, ਅਜਿਹੇ ਹਵਾਲਾਤੀ ਨੂੰ ਸੁਰੱਖਿਆ ਦੇ ਕਾਰਨ ਕਰਕੇ ਵੀ ਕਾਫੀ ਦਿੱਕਤ ਆਉਂਦੀ ਹੈ ਜੀ। ਜੇਲ੍ਹ ਪ੍ਰਸ਼ਾਸਨ ਨੂੰ ਫਿਰ ਥੋੜਾ ਜਿਹਾ ਸੁਰੱਖਿਆ ਦੇ ਪੱਖ ਤੋਂ ਉਸ ਤਰੀਕੇ ਨਾਲ ਦੇਖਣਾ ਪੈਂਦਾ ਜੀ। ਸਵੇਰ ਵੇਲੇ ਜਿਹੜੇ ਇਸ ਤਰ੍ਹਾਂ ਦੇ ਸ਼ਖਸੀਅਤਾਂ ਹੁੰਦੀਆਂ ਨੇ ਜਲਦੀ ਉੱਠ ਕਰਦੀਆਂ ਤੇ
ਫਿਰ ਜਿਹੜਾ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ, ਬੰਦਾ ਕਹਿੰਦਾ ਵੀ ਲਾਹਾ ਲਓ, ਗੁਰਬਾਣੀ ਦੇ 5 ਬਾਣੀਆਂ ਦਾ ਪਾਠ ਹੋ ਸਕਦਾ, ਉਹ ਨਾਲ ਸੁਖਮਨੀ ਸਾਹਿਬ ਦਾ ਵੀ ਕਰਦੇ ਹੋਣ, ਤਾਂ 45 ਕੁ ਮਿੰਟ ਜਿਹੜਾ ਬੰਦਾ ਰੋਜ਼ ਕਰਦਾ ਉਹ ਸੁਖਮਨੀ ਸਾਹਿਬ ਦਾ ਪਾਠ 45 ਕੁ ਮਿੰਟ 'ਚ ਹੋ ਜਾਂਦਾ ਹੈ, 45 ਤੋਂ 50 ਮਿੰਟ 'ਚ। ਜਿਹੜੀਆਂ 5 ਬਾਣੀਆਂ ਨੇ ਇਹ ਵੀ ਤਕਰੀਬਨ ਘੰਟੇ ਕੁ ਦੇ ਵਿੱਚ ਨਿਬੜ ਜਾਂਦੀਆਂ ਨੇ। ਉਹਦੇ ਵਿੱਚ ਜਪਜੀ ਸਾਹਿਬ ਹੈ, ਜਾਪ ਸਾਹਿਬ ਹੈ, ਆਨੰਦ ਸਾਹਿਬ ਹੈ, ਸਵਈਏ ਨੇ, ਸ਼ਬਦ ਹਜ਼ਾਰੇ, ਚੌਪਾਈ, ਇਹ ਸਾਰੇ ਨਿਤਨੇਮ ਦੇ ਪਾਠਾਂ 'ਚ ਆਉਂਦੇ ਨੇ ਜੀ। ਦਿਨ ਵੇਲੇ ਕਹਿੰਦੇ ਵੀ ਜਦੋਂ ਮੌਕਾ ਮਿਲਦਾ ਹੈ, ਉਹਨਾਂ ਨੇ ਪੁਸਤਕਾਂ ਸਿੱਖ ਇਤਿਹਾਸ ਦੀਆਂ ਜਾਂ ਹੋਰ ਮੰਗਾਈਆਂ ਨੇ ਮਹਾਨ ਸ਼ਖਸੀਅਤਾਂ ਦੀਆਂ, ਦਿਨ ਵੇਲੇ ਉਹ ਵੀ ਪੜ੍ਹਦੇ ਆ। ਇਸੇ ਤਰ੍ਹਾਂ ਪਹਿਲੇ ਦਿਨ ਹੀ ਖਬਰ ਛਪੀ ਸੀ ਕਿ ਉਹ ਚਿੜੀ ਬੱਲੇ ਦਾ ਵੀ ਪ੍ਰਬੰਧ ਕੀਤਾ ਗਿਆ ਉਹਨਾਂ ਵਾਸਤੇ, ਜਿਹਨੂੰ ਬੈਡਮਿੰਟਨ ਕਹਿੰਦੇ ਆ। ਉਹ ਕਹਿੰਦੇ ਕਿਸੇ ਵਿਸ਼ੇਸ਼ ਤਰ੍ਹਾਂ ਦੇ ਕੈਦੀ ਨੂੰ ਤਿਆਰ ਵੀ ਕੀਤਾ ਗਿਆ ਸੀ, ਜਿਹੜਾ ਮਜੀਠੀਆ ਸਾਹਿਬ ਦੇ ਨਾਲ ਇਹ ਚਿੜੀ ਬੱਲਾ ਖੇਡ ਲਿਆ ਕਰੇ ਜੀ। ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ। ਅੱਜ ਪਤਾ ਲੱਗਿਆ ਕਿ ਕੁਛ ਅਕਾਲੀ ਆਗੂ ਆਏ ਸੀ, ਜਿਹੜੇ ਪਤਾ ਨਹੀਂ ਪੱਕਾ, ਲੇਕਿਨ ਇਹਨਾਂ ਅਕਾਲੀਆਂ ਨੇ ਇੱਕ ਜੇਲ੍ਹ ਦੇ ਬਾਹਰਲੇ ਪਾਸੇ ਧਰਨਾ ਦਿੱਤਾ ਵਾ। ਧਰਨਾ ਕਿਸ ਵਾਸਤੇ ਦਿੰਦੇ ਨੇ? ਜਿਹੜੀ ਉਹਨਾਂ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ, ਉਹ ਤਾਂ ਭੇਜਿਆ ਹੈਗਾ ਅਦਾਲਤ ਨੇ। ਬਿਲਕੁਲ ਜੀ। ਕੇਸ ਜ਼ਰੂਰ ਮੌਜੂਦਾ ਸਰਕਾਰ ਨੇ ਦਰਜ ਕੀਤਾ। ਜਦੋਂ ਅਸੀਂ ਉਂਗਲ ਇੱਕ ਪਾਸੇ ਕਰਦੇ ਹਾਂ, 3 ਉਂਗਲਾਂ ਜਿਹੜੀਆਂ ਆਪਦੇ ਵਾਲੇ ਪਾਸੇ ਹੁੰਦੀਆਂ ਨੇ ਜੀ, ਉਹਨੂੰ ਕਿਉਂ ਨਹੀਂ ਦੇਖਿਆ ਜਾਂਦਾ? ਬਿਲਕੁਲ ਜੀ। ਇਹ ਮਾਮਲਾ ਤਾਂ 2008-9 ਦਾ ਹੈ। 6 ਸਾਲ ਤੋਂ ਵੱਧ ਸਮਾਂ ਸਰਕਾਰ ਤੁਹਾਡੇ ਕੋਲੇ ਰਹੀ, ਬਲਕਿ 9 ਸਾਲ। ਉਸ ਸਮੇਂ ਦੇ ਦੌਰਾਨ ਇਹਦਾ ਨਿਬੇੜਾ ਕਰ ਦਿੱਤਾ ਜਾਂਦਾ, ਕਿਸੇ ਤੋਂ ਜਾਂਚ ਕਰਾ ਕੇ ਭਾਵੇਂ ਆਪ ਦੀ ਸੈੱਟ ਬਣਾ ਲੈਂਦੇ, ਇਹਦਾ ਨਿਬੇੜਾ ਕੀਤਾ ਜਾਂਦਾ। ਪਤਾ ਨਹੀਂ ਇਹ ਕੇਸ ਦੇ ਵਿੱਚ ਅੱਗੇ ਕੀ ਹੋਣਾ ਕੀ ਨਹੀਂ ਹੋਣਾ ਜੀ, ਦੋਹੇ ਧਿਰਾਂ। ਲੇਕਿਨ ਇਹਦੇ ਵਿੱਚ ਫੈਸਲਾ ਇਹ ਹੋਣਾ ਹੈ ਕਿ 10 ਤਰੀਕ ਨੂੰ ਸਰਕਾਰ ਕਿਹਦੀ ਬਣਦੀ ਹੈ। ਜੇ ਤਾਂ ਅਕਾਲੀ ਦਲ ਦੇ ਵਿਰੋਧੀਆਂ ਦੀ ਬਣ ਗਈ ਜੀ, ਤਾਂ ਇਸ ਕੇਸ ਦੇ ਉੱਤੇ ਨਜ਼ਰੀਆ ਹੋਰ ਹੋਵੇਗਾ। ਜੇ ਇਹਨਾਂ ਦੇ ਭਾਈਵਾਲਾਂ ਦੀ ਬਣ ਗਈ ਤਾਂ ਨਜ਼ਰੀਆ ਹੋਰ ਹੋਵੇਗਾ ਜੀ। ਇਹੀ ਤਾਂ ਕਾਰਨ ਹੈ ਕਿ ਜਿਹੜੀ ਮੌਜੂਦਾ ਸਿੱਟ ਹੈ, ਪਹਿਲਾਂ ਤੋਂ ਬੜਾ ਰੌਲਾ ਪਾਇਆ ਸੀ ਕਿ ਅਸੀਂ ਤਾਂ ਜੀ ਜਾਂਚ ਕਰਨੀ ਹੈ, ਹਿਰਾਸਤੀ ਜਾਂਚ ਚਾਹੀਦੀ ਹੈ, ਤੇ ਹੁਣ ਘੰਟੇ ਦੀ ਪੁੱਛਗਿੱਛ ਕਰ ਚੁੱਪ ਕਰਕੇ ਬੈਠ ਗਏ, ਕਿਉਂਕਿ ਉਹਨਾਂ ਨੂੰ ਵੀ ਪਤਾ ਲੱਗਦਾ ਵੀ 10 ਤਰੀਕ ਨੂੰ ਪਤਾ ਨਹੀਂ ਕਿਹਦੀ ਸਰਕਾਰ ਬਣ ਜਾਣੀ ਹੈ। ਬਿਲਕੁਲ ਜੀ। ਹੋ ਸਕਦਾ ਹੈ ਕਿ ਉਹਨਾਂ ਲੋਕਾਂ ਦੀ ਸਰਕਾਰ ਬਣ ਜਾਏ ਜਿਹਦੀ ਬਾਰੇ ਮਜੀਠੀਆ ਸਾਹਿਬ ਕਹਿੰਦੇ ਨੇ ਕਿ ਅਸੀਂ ਤਾਂ ਉਹਨਾਂ ਦੇ ਨਾਲ ਸਮਝੌਤਾ ਕਰ ਲਾਂਗੇ। ਜੇ ਉਹ ਭਾਈਵਾਲਾਂ ਦੀ ਸਰਕਾਰ ਬਣ ਗਈ ਜੀ, ਤਾਂ ਸਾਰਿਆਂ ਦਾ ਨਜ਼ਰੀਆ ਹੋਰ ਹੋਵੇਗਾ। ਸੋ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪਹਿਲਾਂ ਵੀ ਇਸ ਤਰ੍ਹਾਂ ਦਾ ਵਾਪਰਿਆ। ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਬਾਪ ਬੇਟੇ ਦੇ ਉੱਤੇ ਪਰਚਾ ਕੀਤਾ ਸੀ। ਜਦੋਂ ਉਹਨਾਂ ਦੀ ਸਰਕਾਰ ਬਣ ਗਈ, ਉਹੀ ਅਧਿਕਾਰੀ ਉਲਟ ਸਬੂਤ ਲਿਜਾ ਕੇ ਉਹਨਾਂ ਨੂੰ ਬਰੀ ਕਰਾਉਣ ਦੇ ਲੱਗੇ ਰਹੇ ਜੀ। ਇਹ ਪੰਜਾਬ ਦੀ ਸਿਆਸਤ ਹੈ। ਸਿਆਸੀ ਆਗੂ ਪੈਰ ਪੈਰ ਤੇ ਬਦਲਦੇ ਨੇ, ਤੇ ਜਿਹੜੇ ਅਧਿਕਾਰੀ ਨੇ ਉਹ ਤਾਂ ਗਿਰਗਟਾਂ ਨੇ। ਜਿਹੜੀ ਸਰਕਾਰ ਆ ਗਈ ਉਸੇ ਸਰਕਾਰ ਦਾ ਕੰਮ ਕਰ ਦੇਣਗੇ। ਇਹ ਬਿਲਕੁਲ ਉਸ ਤਰ੍ਹਾਂ ਦੀ ਗੱਲ ਹੈ। ਕਹਿੰਦੇ ਇੱਕ ਵਾਰੀ ਅਕਬਰ ਬੀਰਬਲ ਦੇ ਕੋਲ ਬੈਠਾ ਸੀ, ਸਵੇਰੇ ਸਵੇਰੇ ਕਿਤੇ ਖੁਸ਼ ਹੋਣਾ ਜੀ, ਤੇ ਉੱਥੋਂ ਦੀ ਕਰੇੜੀ ਵਾਲਾ ਲੰਘਿਆ, ਸਬਜ਼ੀ ਵੇਚਣ ਵਾਲਾ। ਅਕਬਰ ਕਹਿੰਦਾ ਬੀਰਬਲ, ਇਹ ਜਿਹੜਾ ਬਤਾਊਆਂ ਦੇ ਕਿੰਨਾ ਸੋਹਣਾ ਲੱਗਦਾ, ਕਿੰਨੀ ਚਮਕ ਹੈ, ਉੱਪਰ ਹਰੀ ਜੀ ਇੱਕ ਟਾਹਣੀ ਵੀ ਲੱਗੀ ਵੀ ਹੈ। ਉਹ ਕਹਿੰਦਾ ਜੀ ਇਹਦੇ ਵਰਗਾ ਤਾਂ ਕਮਾਲ ਦਾ, ਬਹੁਤ ਬਾ ਕਮਾਲ ਹੈ, ਇਹ ਤਾਂ ਬਹੁਤ। ਸ਼ਾਮ ਨੂੰ ਕਿਤੇ ਅੱਕਿਆ ਵਾ ਸੀ, ਫਿਰ ਉਹ ਰੇਹੜੀ ਵਾਲਾ ਲੰਘਿਆ, ਕਹਿੰਦਾ ਬੀਰਬਲ ਆ ਜਿਹੜਾ ਕੀ ਕਹਿੰਦਾ ਇਹ ਗਰਮੀ ਦੇ ਨਾਲ ਪਿਘਲ ਜਾਂਦਾ, ਨਾ ਲੈਣਾ ਨਾ ਦੇਣਾ, ਢਿੱਡ ਦੁਖਣ ਲਾ ਆਉਂਦਾ। ਕਹਿੰਦਾ ਹਾਂ ਜਨਾਬ, ਇਹ ਤਾਂ ਕਹਿੰਦਾ ਐਡਾ ਨਕੰਮਾ ਸਬਜ਼ੀ ਹੈਗੀ, ਇਹ ਤਾਂ ਕਹਿੰਦਾ ਬਹੁਤ ਮਾੜੀ ਹੈ, ਇਹ ਮਨੁੱਖ ਤੇ ਸਿਹਤ ਲਈ ਹਾਨੀਕਾਰਕ ਹੈ। ਉਹ ਕਹਿੰਦਾ ਸਵੇਰੇ ਤੂੰ ਕਹਿੰਦਾ ਸੀ ਵੀ ਇਹ ਤਾਂ ਬਹੁਤ ਵਧੀਆ ਹੈ, ਤੇ ਸ਼ਾਮ ਨੂੰ ਤੂੰ ਕਹਿ ਰਿਹਾ ਹਾਨੀਕਾਰਕ ਹੈ। ਕਹਿੰਦਾ ਜਨਾਬ
ਮੈਂ ਮਤਾਇਤ ਬਤਾਉਂਦੇ ਨਹੀਂ ਹੈਗਾ, ਮੈਂ ਤੁਹਾਡੇ ਮਤਾਇਤ ਹਾਂ। ਜੇ ਤੁਹਾਨੂੰ ਚੀਜ਼ ਚੰਗੀ ਲੱਗਦੀ ਆ ਮੈਨੂੰ ਲੱਗਦੀ ਹੈ, ਤੁਹਾਨੂੰ ਚੰਗੀ ਨਹੀਂ ਲੱਗਦੀ ਮੈਨੂੰ ਨਹੀਂ ਲੱਗਦੀ। ਇਹ ਅਧਿਕਾਰੀ ਵੀ ਉਹ ਜਿਹੜੇ ਰਾਜਪੂਤ ਨੇ ਜੀ। ਜਸਵਿੰਦਰ ਸਿੰਘ ਭੱਲਾ ਕਹਿੰਦਾ ਹੁੰਦਾ ਕਿ ਰਾਜਪੂਤ ਨੇ ਜਿਸ ਕਾ ਰਾਜ ਉਸੀ ਕੇ ਪੂਤ। ਇਸ ਕਰਕੇ ਜਿਹੜਾ ਹੈਗਾ 10 ਤਰੀਕ ਤੋਂ ਬਾਅਦ ਪਤਾ ਨਹੀਂ ਸਰਕਾਰ ਬਣਨੀ ਹੈ ਤੇ ਕਿਹਦੀ ਬਣਨੀ ਹੈ, ਤੇ ਜਿਹੜੇ ਇਹ ਸਿੱਟ ਵਾਲੇ ਨੇ ਇਹ ਵੀ ਨਾਲ ਦੀ ਨਾਲ 1 ਮਿੰਟ ਦੇ ਉੱਤੇ ਹੈ ਨਾ ਬਦਲ ਜਾਣਗੇ। ਸੋ ਢਿੱਲੋਂ ਜੀ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਨੂੰ ਲੈ ਕੇ ਲਗਾਤਾਰ ਇਹ ਮਾਮਲਾ ਗਰਮਾਉਂਦਾ ਜਾ ਰਿਹਾ। ਮੋਹਾਲੀ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ, ਉਸ ਤੇ ਹੀ ਪ੍ਰਗਟ ਸਿੰਘ ਦਾ ਵੀ ਵੱਡਾ ਬਿਆਨ ਉਹ ਸਾਹਮਣੇ ਆਇਆ। ਰੀਨਾ ਜੀ, ਜਿਹੜੀ ਇਹ 12ਵੀਂ ਦੀ ਇਤਿਹਾਸ ਦੀ ਕਿਤਾਬ ਆ, ਇਹਦੇ ਬਾਰੇ ਅੱਜ ਸਵੇਰੇ ਸਾਨੂੰ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਬੜਾ ਵਿਸਥਾਰ 'ਚ ਦੱਸਿਆ ਜੀ ਕਿ ਗੁਰੂ ਸਾਹਿਬਾਨਾਂ ਬਾਰੇ ਬਹੁਤ ਹੀ ਬੇਹੂਦਾ ਤੇ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਜਿਹਨੂੰ ਆਮ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਜੀ, ਜਾਂ ਜਿਹੜੇ ਸਿੱਖ ਧਰਮ ਨੂੰ ਹੋਰ ਲੋਕ ਵੀ ਮੰਨਣ ਵਾਲੇ ਨੇ, ਭਾਵੇਂ ਕਿਸੇ ਧਰਮ ਦੇ ਹੋਣ, ਉਹਨਾਂ ਲੋਕਾਂ ਦੇ ਗਲੇ 'ਚੋਂ ਥੱਲੇ ਨਹੀਂ ਉਤਰਦਾ ਜੀ। ਇਹ ਕਿਹਨੇ ਕੀਤੀਆਂ? ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚੋਂ ਕਿਹੜੇ ਅਧਿਕਾਰੀ ਨੇ ਇਹਨੂੰ ਆਗਿਆ ਦਿੱਤੀ ਇਹ ਕਿਤਾਬਾਂ ਲਿਖਾਉਣ ਦੀ? ਪਾਠਕ੍ਰਮ ਦੇ ਵਿੱਚ ਕਿਹਨੇ ਸ਼ਾਮਲ ਕਰਵਾਇਆ? ਇੱਕ ਤਾਂ ਹੋਣਾ ਨਹੀਂ, ਕੋਈ ਕਮੇਟੀ ਬਣੀ ਹੋਊਗੀ। ਤਾਂ ਇਹਨੂੰ ਲੈ ਕੇ ਅੱਜ ਮਹਾ ਰੈਲੀ ਸੀ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ, ਸਿੱਖਿਆ ਬੋਰਡ ਦੀਆਂ ਆਪਣੀਆਂ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਜਥੇਬੰਦੀਆਂ ਔਰ ਪੰਜਾਬੋਂ ਬਾਹਰ ਵੀ ਜਿਹੜੇ ਸਾਡੇ ਨਾਲ ਬਾਹ ਵਾਸਤਾ ਨੇ, ਉਹਨਾਂ ਸਾਰਿਆਂ ਦੀਆਂ ਇਹਦੇ ਵਿੱਚ ਆਸਥਾ ਹੈਗੀ ਹੈ। ਇਹ ਸਿੱਖਿਆ ਬੋਰਡ ਦੇ ਬਾਹਰ ਅੱਜ ਬਹੁਤ ਵੱਡੀ ਰੈਲੀ ਹੋਈ ਹੈ। ਖਾਸ ਕਰ ਜਿਹੜੇ ਪ੍ਰੋਫੈਸਰ ਹਰਲਾਲ ਸਿੰਘ, ਇਹ ਤੋਂ ਇਲਾਵਾ ਗੁਰਨਾਮ ਸਿੰਘ ਸਿੱਧੂ, ਹੋਰ ਜਥੇਬੰਦੀਆਂ ਜਥੇਦਾਰ ਸੰਤੋਖ ਸਿੰਘ ਵਗੈਰਾ ਵਗੈਰਾ ਜੀ, ਉਹਦੇ ਵਿੱਚ ਲੱਖਾ ਸਿਧਾਣਾ ਜਾਂ ਹੋਰ ਵੀ ਗਏ ਨੇ। ਭਾਰਤੀ ਕਿਸਾਨ ਯੂਨੀਅਨ ਕਈ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ ਹੈ ਕਿ ਇਹ ਬਹੁਤ ਵੱਡਾ ਹੈ। ਪੰਜਾਬ ਦਾ ਸਿੱਖਿਆ ਬੋਰਡ ਜੀ, ਉਹਨੇ ਆਗਿਆ ਕਿਵੇਂ ਦੇਤੀ? ਇਹਦੇ ਬਾਰੇ ਜਿਹੜਾ ਪੰਜਾਬ ਦਾ ਸਾਬਕਾ ਸਿੱਖਿਆ ਮੰਤਰੀ ਹੈ ਵਿਜੇ ਇੰਦਰ ਸਿੰਗਲਾ, ਉਹਨੂੰ ਸਪਸ਼ਟ ਕਰਨਾ ਚਾਹੀਦਾ ਕਿ ਇਹ ਜਦੋਂ ਪਾਠਕ੍ਰਮ ਲਾਗੂ ਕਰਨਾ ਸੀ ਤਾਂ ਉਹ ਕਮੇਟੀ ਕਿਹਨੇ ਗਠਿਤ ਕੀਤੀ ਸੀ? ਬਾਅਦ ਦੇ ਵਿੱਚ ਜਿਹੜਾ ਉਹਨੇ ਪਾਠਕ੍ਰਮ 'ਚ ਸ਼ਾਮਲ ਕੀਤਾ, ਉਹਨਾਂ ਨੇ ਪੜ੍ਹਿਆ ਕਿਉਂ ਨਾ? ਜੇ ਉਹਨਾਂ ਨੇ ਇਹ ਲਾਗੂ ਕੀਤਾ ਤਾਂ ਕਿਹਦੇ ਇਸ਼ਾਰੇ ਤੇ ਕੀਤਾ ਹੈ? ਇਹ ਸਾਰਾ ਕੁਝ ਪਤਾ ਲੱਗਣਾ ਚਾਹੀਦਾ, ਕਿਉਂਕਿ ਜਿਹੜਾ ਪਾਠਕ੍ਰਮ ਬਣਦਾ ਹੈਗਾ ਉਹ ਤਾਂ ਮਾਰਚ ਤੋਂ ਪਹਿਲਾਂ ਬਣ ਜਾਂਦਾ, ਅਪ੍ਰੈਲ ਦੇ ਵਿੱਚ ਤਾਂ ਨਵੀਆਂ ਪੁਸਤਕਾਂ ਲਾਉਣੀਆਂ ਹੁੰਦੀਆਂ ਨੇ। ਬਿਲਕੁਲ ਜੀ, ਇਹ ਵੱਡੀ ਗੱਲ ਹੈ। ਇਹਦੇ ਪਿੱਛੇ ਕਿਹਦੀ ਸਾਜ਼ਿਸ਼ ਹੈ, ਕਿਹੜੀ ਧਿਰ ਹੈ, ਇਹਦਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ। ਇਹ ਬਹੁਤ ਖਤਰਨਾਕ ਜੇ ਇਹ ਸਾਰਾ ਕੁਝ ਹੋਇਆਗਾ। ਪ੍ਰਗਟ ਸਿੰਘ ਨੇ ਕਿਹਾ ਸੀ ਕਿ ਪਹਿਲਾਂ ਤਾਂ ਕਮੇਟੀ ਬਣਾਤੀ ਹੈ, ਉਹਨੇ 5 ਤਰੀਕ ਨੂੰ ਆਪਣੀ ਰਿਪੋਰਟ ਦੇਣੀ ਹੈ ਜੀ। ਉਹਨਾਂ ਦਾ ਫਿਰ ਅੱਜ ਬਿਆਨ ਆ ਗਿਆ ਕਿ ਇਸ ਕਮੇਟੀ ਨੇ ਜੇ ਰਿਪੋਰਟ ਸਾਨੂੰ ਪਹਿਲਾਂ ਸਬਮਿਟ ਕਰਤੀ ਤਾਂ ਅਸੀਂ ਉਦੋਂ ਪਹਿਲਾਂ ਹੀ ਜਿਹੜਾ ਵੀ ਕਿਸੇ ਪੱਧਰ ਦਾ ਅਧਿਕਾਰੀ ਹੋਵੇ ਉਹਦੇ ਤੇ ਕਾਰਵਾਈ ਹਰ ਹਾਲਤ ਕੀਤੀ ਜਾਊਗੀ। ਜੀ ਢਿੱਲੋਂ ਜੀ, ਚਰਚਾ ਕਰਾਂਗੇ 8500 ਕਰੋੜ ਦੀ ਬਿਜਲੀ ਦੀ ਜਿਹੜੀ ਸਬਸਿਡੀ ਦੀ ਰਕਮ ਆ, ਉਹ ਕਿਹਾ ਜਾ ਰਿਹਾ ਕਿ ਜਿਹੜੀ ਨਵੀਂ ਸਰਕਾਰ ਹੁਣ ਬਣੇਗੀ ਉਸ ਨੂੰ ਹੀ ਉਹ ਦੇਣੀ ਪਵੇਗੀ। ਰੀਨਾ ਜੀ, 31 ਮਾਰਚ ਤੱਕ ਵਿੱਤੀ ਸਾਲ ਹੁੰਦਾ ਹੈ ਜੀ। 10 ਮਾਰਚ ਨੂੰ ਸਰਕਾਰ ਨੇ ਪਤਾ ਲੱਗਣਾ ਵੀ ਕਿਹਦੀ ਬਣਨੀ ਹੈ। ਉਦੋਂ ਬਾਅਦ ਜੇ ਪੂਰੀ ਬਹੁਮਤ ਨਾ ਆਇਆ ਤਾਂ 5-4 ਦਿਨ ਲੱਗ ਸਕਦੇ ਆ ਜੀ, ਵੀ ਕਿਹੜਾ ਦਾਵਾ ਕਰੇਗਾ ਕਿ ਮੈਂ ਬਹੁਮਤ ਬਣਾਉਣਾ ਹੈ। ਜਿਹੜੀ ਵੀ ਸਰਕਾਰ ਹੋਂਦ ਵਿੱਚ ਆ ਗਈ ਉਹਨੂੰ ਜਿਹੜਾ ਮੌਜੂਦਾ ਸਰਕਾਰ ਨੇ ਹਦਾਇਤਾਂ ਦਿੱਤੀਆਂ ਨੇ 2 ਕਿਲੋਵਾਟ ਤੱਕ ਦੇ ਸਾਰੇ ਬਿੱਲ ਮਾਫ, 7 ਕਿਲੋਵਾਟ ਵਾਲੇ ਕਨੈਕਸ਼ਨਾਂ ਦਾ 3 ਰੁਪਏ ਪ੍ਰਤੀ ਯੂਨਿਟ ਬਿੱਲ ਘਟਾਇਆ, ਇਹ ਸਾਰਾ ਕੁਝ ਇਹਦੇ ਵਿੱਚ ਆਇਆ ਹੈ। ਸੋ ਇਹਦੀ 8500 ਕਰੋੜ ਰੁਪਏ ਸਬਸਿਡੀ ਬਣਦੀ ਹੈ। ਕੁਝ ਸਬਸਿਡੀਆਂ ਹੋਰ ਵੀ ਨੇ। ਵਿੱਤੀ ਸਾਲ 2020 ਤੇ 21 ਦੇ ਵਿੱਚ ਬਿਜਲੀ ਨਿਗਮ ਨੇ ਪੰਜਾਬ ਸਰਕਾਰ ਤੋਂ 20,500 ਕਰੋੜ ਦੀ ਬਿਜਲੀ ਸਬਸਿਡੀ ਲੈਣੀ ਸੀ। ਸਰਕਾਰ ਨੇ 11,500 ਬਿਜਲੀ ਨਿਗਮ ਨੂੰ ਅਦਾ ਕਰਤੇ ਤੇ ਇਹ 8500 ਕਰੋੜ ਰੁਪਈਆ ਬਕਾਇਆ ਖੜੀ ਹੈ। ਭਾਵ ਪੰਜਾਬੀ ਦੀ ਕਹਾਵਤ ਹੈ ਕਿ ਹਿੰਦੀ ਦੀ ਸਿਰ ਮੜਾਏ ਔਲੇ ਪੜੇ।
ਜਾਂ ਇਹ ਕਹਿ ਦਈਏ ਕਿ ਸਿਰ ਦੀ ਹਜਾਮਤ ਕਰਾਉਣ ਦੇ ਤੁਰੰਤ ਬਾਅਦ ਸਿਰ 'ਚ ਗੜੇ ਪੈ ਗਏ। ਸਰਕਾਰ ਹੋਂਦ ਵਿੱਚ ਆਊਗੀ, ਉਹ ਸਰਕਾਰ ਨੂੰ ਬਾਕੀ ਚੀਜ਼ਾਂ ਛੱਡ ਦਿਓ, 8500 ਕਰੋੜ ਰੁਪਈਆ ਤਾਂ 31 ਮਾਰਚ ਤੋਂ ਪਹਿਲਾਂ ਪੰਜਾਬ ਬਿਜਲੀ ਨਿਗਮ ਨੂੰ ਦੇਣਾ ਪਵੇਗਾ ਜੀ। ਇਹ ਕਿੱਥੋਂ ਦੇਣਾ ਹੈ? ਇਹ ਜਿਹੜੀ ਸਰਕਾਰ ਹੋਂਦ 'ਚ ਆਊਗੀ ਉਹਨੂੰ ਦੇਖਣਾ ਪੈਣਾ ਹੈ ਕਿ ਕੋਈ ਨਵਾਂ ਟੈਕਸ ਲਾਉਣਾ ਹੈ ਜਾਂ ਕਿਹੜੇ ਖੱਲ ਖੂੰਜੇ 'ਚੋਂ ਫਰੋਲ ਕੇ ਲਿਆਉਣਾ ਹੈ। ਇਹ ਉਹਨਾਂ ਦੀ ਜ਼ਿੰਮੇਵਾਰੀ ਹੋਵੇਗੀ ਜੀ। ਢਿੱਲੋਂ ਜੀ, ਜਿਸ ਤਰੀਕੇ ਦੇ ਯੂਕਰੇਨ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਸ ਨੂੰ ਲੈ ਕੇ ਪੰਜਾਬ ਦੇ ਵੱਲੋਂ ਵੀ ਜਿੰਨੀ ਕੁ ਸਹਾਇਤਾ ਉਹਨਾਂ ਦੇ ਵੱਲੋਂ ਹੋ ਰਹੀ ਹੈ, ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਹਾਲ ਹੀ ਦੇ ਵਿੱਚ ਪੰਜਾਬ ਤੋਂ ਯੂਕਰੇਨ ਵੱਲ ਚੌਲਾਂ ਦੇ ਟਰੱਕ ਭੇਜੇ ਜਾ ਰਹੇ ਸੀ, ਪਰ ਉਹ ਰਸਤੇ ਦੇ ਵਿੱਚ ਹੀ ਫਸ ਗਏ ਤੇ ਕਿਹਾ ਜਾ ਰਿਹਾ ਕਿ ਕਰੋੜਾਂ ਦਾ ਨੁਕਸਾਨ ਜਿਹੜਾ ਹੋਣ ਦਾ ਖਦਸ਼ਾ ਉਹ ਜਤਾਇਆ ਜਾ ਰਿਹਾ ਹੈ। ਇਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਹਾਇਤਾ ਵਾਸਤੇ ਆਪਦੇ ਦਰ ਖੋਲ੍ਹੇ ਸੀ ਕਿ ਭਾਰਤ ਜਿਹੜਾ ਹੈਗਾ ਉਹ ਉੱਥੇ ਯੂਕਰੇਨ ਵਾਸੀਆਂ ਦੀ ਮਦਦ ਕਰ ਸਕਦਾ ਜਿਹੜੇ ਇਸ ਵੇਲੇ ਬਹੁਤ ਫਸੇ ਹੋਏ ਨੇ। ਉੱਥੋਂ ਮੇਰੇ ਖਿਆਲ ਇਹਨਾਂ ਨੇ ਨਾ ਅਫਗਾਨਿਸਤਾਨ ਵੀ ਭੇਜਣੇ ਸੀ। ਇਹ ਟਰੱਕ ਅੱਗੇ ਅਫਗਾਨਿਸਤਾਨ ਜਾਣੇ ਸੀ। ਇਹ ਪਿਛਲੇ ਦਿਨਾਂ ਦੇ ਤੁਰੇ ਹੋਏ ਨੇ ਜੀ। ਪਾਕਿਸਤਾਨ ਦੇ ਰਸਤੇ ਇਹਨਾਂ ਨੇ ਜਾਣਾ ਸੀ। ਹੋ ਸਕਦਾ ਰਸਤੇ ਦੇ ਵਿੱਚ ਯੂਕਰੇਨ ਦਾ ਵੀ ਹਿੱਸਾ ਬਣਦਾ ਹੋਵੇ, ਸੜਕੀ ਰਸਤਾ ਉੱਥੋਂ ਦਾ ਪੈਂਦਾ ਹੋਵੇ। ਉਹ ਕਹਿੰਦੇ ਵੀ ਉੱਥੇ ਜਾ ਕੇ ਇਹ ਰਸਤੇ 'ਚ ਰੁਕ ਗਏ ਨੇ, ਨਾ ਅੱਗੇ ਜਾ ਰਹੇ ਨੇ ਨਾ ਪਿੱਛੇ ਆ ਰਹੇ ਨੇ। ਉਹਨਾਂ ਦੇ ਵਿੱਚ ਮਾਲ ਭਰਿਆ ਹੋਇਆ ਜੀ। ਇਹ ਨਾ ਤੁਸੀਂ ਪਿੰਡਾਂ ਦੇ ਰਹਿਣ ਵਾਲੇ ਹੋ, ਤੁਸੀਂ ਜਾਣਦੇ ਹੋ ਕਿ ਜੇ ਭਰਿਆ ਟਰੱਕ ਜੀ ਜਿਹਦੇ ਵਿੱਚ 25 30 40 ਟਨ ਤੱਕ ਮਾਲ ਹੋਵੇ, ਉਹਨੂੰ ਬਹੁਤਾ ਲੰਬਾ ਸਮਾਂ ਟਾਇਰਾਂ ਤੇ ਨਹੀਂ ਖੜਾ ਕੀਤਾ ਜਾ ਸਕਦਾ ਜੀ। ਉਹਦੇ ਟਾਇਰ ਬੋਦੇ ਹੋ ਜਾਣਗੇ। ਸੋ ਅਜੀਬ ਕਿਸਮ ਦੀ ਸਥਿਤੀ ਹੈ। ਇਹਦੇ ਬਾਰੇ ਪਤਾ ਲੱਗਿਆ ਕਿ ਵਿਦੇਸ਼ ਮੰਤਰਾਲੇ ਨੇ ਦੂਜੇ ਦੇਸ਼ਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜੋ ਉਹਨਾਂ ਨੂੰ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾ ਸਕੇ। ਹੁਣ ਉਹਨਾਂ ਟਰੱਕਾਂ ਦਾ ਕਿਤੇ ਉਲਟ ਨਾ ਹੋਵੇ, ਗਏ ਤਾਂ ਭਾਰ ਢੋਣ ਵਾਸਤੇ ਹੈ, ਕਿਤੇ ਉਹ ਆਪਣਾ ਭਾੜਾ ਤਾਂ ਇੱਕ ਪਾਸੇ ਰਹਿ ਗਿਆ, ਜਿਹੜਾ ਮੌਜੂਦਾ ਢਾਂਚਾ ਟਰੱਕਾਂ ਦਾ ਉਹਦਾ ਹੀ ਨੁਕਸਾਨ ਕਰਾ ਕੇ ਨਾ ਪਰਤਾ ਜੀ। ਢਿੱਲੋਂ ਜੀ, ਲਗਾਤਾਰ ਦੇਖਦੇ ਹਾਂ ਕਿ ਪੰਜਾਬ ਦੇ ਸਿਸਟਮ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਜਦੋਂ ਨੌਜਵਾਨੀ ਪੀੜ੍ਹੀ ਨੂੰ ਆਪਣਾ ਭਵਿੱਖ ਸਵਰਦਾ ਨਹੀਂ ਦਿਖਦਾ ਤਾਂ ਉਹ ਬਾਹਰ ਦਾ ਰੁੱਖ ਕਰਦੇ ਨੇ, ਚਾਹੇ ਉਹ ਵਿਦਿਆਰਥੀ ਸਟੂਡੈਂਟ ਵੀਜ਼ੇ ਤੇ ਕਿਉਂ ਨਾ ਜਾਂਦੇ ਹੋਣ, ਚਾਹੇ ਉਹ ਰੋਜ਼ਗਾਰ ਦੇ ਲਈ ਆਪਣਾ ਵੀਜ਼ਾ ਅਪਲਾਈ ਕਰਦੇ ਹੋਣ। ਸੋ ਅਜਿਹੇ ਦੇਖਿਆ ਜਾ ਰਿਹਾ, ਜੇ ਹੁਣ ਤੱਕ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਅਜਿਹੇ ਲਗਾਤਾਰ ਸਾਡੇ ਪੰਜਾਬੀ ਲਗਾਤਾਰ ਵਿਦੇਸ਼ ਦਾ ਰੁੱਖ ਕਰ ਰਹੇ ਨੇ। ਕਿਹਾ ਜਾ ਰਿਹਾ ਕਿ 250 ਪੰਜਾਬੀ ਨਿੱਤ ਜਹਾਜ਼ ਚੜ੍ਹਦੇ ਨੇ ਤੇ 5 ਸਾਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 5 ਸਾਲਾਂ ਦੇ ਵਿੱਚ 4.78 ਲੱਖ ਪੰਜਾਬੀ ਰੋਜ਼ਗਾਰ ਦੇ ਵੀਜ਼ੇ ਤੇ ਵਿਦੇਸ਼ ਉਹ ਗਏ ਹੋਏ ਨੇ। ਹੁਣ ਤੁਸੀਂ ਦੇਖੋ ਵੀ ਇਹ ਕਿੱਡਾ ਵੱਡਾ, ਇੱਕ ਤਾਂ ਹਰੀਨਾ ਇਹਨਾਂ ਸਰਕਾਰਾਂ ਨੇ ਤੰਗ ਕਰਤਾ, ਦੂਜਾ ਸਾਡੇ ਵਿੱਚ ਇੱਕ ਮੁਕਾਬਲੇਬਾਜ਼ੀ ਵੀ ਤੁਰ ਪਈ ਹੈ ਜੀ। ਜੇ ਝੰਡਾ ਸਿਉਂਦਾ ਮੁੰਡਾ ਕੈਨੇਡਾ ਦੇ ਵਿੱਚ ਗਿਆ ਤੇ ਵਧਾਵਾ ਸਿਓ ਨਾਲ ਦੀ ਨਾਲ ਕਹਿੰਦਾ ਕਿ ਮੈਂ ਕਿਉਂ ਪਿੱਛੇ ਰਹਾ, ਮੈਂ ਵੀ ਭੇਜਦਾ ਆਪਦੇ ਵਾਲੇ ਨੂੰ, ਹੈ ਨਾ ਜੀ। ਜਦੋਂ ਕਿਹਾ ਗਿਆ ਨਾ ਕਿ ਕੁੱਲੀ 'ਚ ਭਾਵੇਂ ਕੱਖ ਨਾ ਰਹੇ, ਇਸ ਕਰਕੇ ਬਹੁਤ ਲੋਕ ਜਿਹੜੇ ਆ ਉਹ ਜਾ ਰਹੇ ਨੇ। ਬਹੁਤ ਸਾਰੇ ਲੋਕ ਉੱਥੇ ਜਾ ਕੇ ਕਾਮਯਾਬ ਵੀ ਹੋ ਗਏ ਨੇ ਜੀ। ਯੂਕਰੇਨ ਦੇ ਵਿੱਚ ਜਿੱਥੇ ਪੜ੍ਹੇ ਲਿਖੇ ਲੋਕ ਗਏ ਨੇ, ਉੱਥੇ ਕੁਝ ਲੋਕਾਂ ਨੇ ਜ਼ਮੀਨਾਂ ਵੀ ਖਰੀਦ ਲਈਆਂ ਨੇ, ਉਹ ਖੇਤੀ ਵੀ ਕਰਨ ਲੱਗ ਪਏ ਨੇ। ਉੱਥੇ ਜਾ ਕੇ ਲੋਕਾਂ ਨੂੰ ਲੱਗਿਆ ਕਿ ਯਾਰ ਕੋਈ ਸਿਸਟਮ ਹੈ, ਸਾਡੇ ਤਾਂ ਸਿਸਟਮ ਦਾ ਸਾਰੇ ਦਾ ਤਹਿਸ਼ ਨਹਿਸ਼ ਕਰਤਾ, ਬੇੜਾ ਗਰਕ ਕਰਤਾ। ਬਿਲਕੁਲ ਜੀ। ਇਸ ਕਰਕੇ ਲੋਕ ਜਾਂਦੇ ਨੇ। ਇੱਕ ਅਖਬਾਰ ਨੇ ਅੱਜ ਰਿਪੋਰਟ ਛਾਪੀ ਹੈ ਕਿ 2.5 ਲੱਖ ਦੇ ਕਰੀਬ ਰੋਜ਼ਾਨਾ ਉਧਰਲੇ ਪਾਸੇ ਨੂੰ ਲੋਕ ਜਾ ਰਹੇ ਨੇ। 250 250 ਰੋਜ਼ ਜਾਂਦੇ ਨੇ ਤੇ ਸਾਲ ਦੇ ਵਿੱਚ ਉਹ ਕਹਿੰਦੇ 5 ਸਾਲਾਂ ਦੇ ਵਿੱਚ 4,78,000 ਵਿਅਕਤੀ ਹੈ ਜਿਹੜਾ ਉਹ ਵਿਦੇਸ਼ਾਂ ਦੇ ਵਿੱਚ ਜਾ ਪਹੁੰਚਿਆ ਜੀ। ਬੜਾ ਚੁਕਾਣੇ ਵਾਲਾ ਅੰਕੜਾ ਹੈ। ਜੇ ਇਸੇ ਤਰ੍ਹਾਂ ਲਗਾਤਾਰ ਸਾਡੀ ਇਹ ਨੌਜਵਾਨਤਾ ਵਿਦੇਸ਼ਾਂ ਵੱਲ ਭੱਜੀ ਗਈ ਜੀ, ਅਗਲੇ ਸਮੇਂ ਦੇ ਵਿੱਚ ਜਿਹੜੇ ਲੋਕ ਉਹ ਵਾਰਸ ਨੇ। ਅੱਜ ਕੱਲ ਨਵੀਆਂ ਰੀਤ ਵੀ ਪੈ ਗਈ ਆ, ਹਰ ਬੰਦੇ ਦੇ 2 ਬੱਚੇ ਹੀ ਨੇ। ਤੀਜੇ ਬੱਚੇ ਵੱਲ ਬੰਦਿਆਂ ਦਾ ਰੁਝਾਨ ਘਟ ਗਿਆ, ਜਾਂਦੇ ਹੀ ਨਹੀਂ। ਜਾਂ ਤਾਂ ਬੇਟਾ ਬੇਟੀ ਹੈ ਜਾਂ 2 ਮੁੰਡੇ ਨੇ। ਜਦੋਂ ਇਸੇ ਤਰ੍ਹਾਂ ਇਹ ਬਾਹਰ ਨੂੰ ਤੁਰੇ ਜਾਣਗੇ, ਪਹਿਲਾਂ ਇਹ ਗੱਲ ਦੁਆਬੇ 'ਚ ਚੱਲਦੀ ਹੁੰਦੀ ਸੀ ਕਿ ਕੋਠੀਆਂ ਪਾਈਆਂ ਨੇ ਬਹੁਤ ਵੱਡੀਆਂ ਵੱਡੀਆਂ ਮਹਿਲਨੁਮਾ, ਰਹਿਣ ਵਾਸਤੇ ਕੋਈ ਹੈ ਨਹੀਂ ਉੱਥੇ, ਕਬੂਤਰ ਬੋਲਦੇ ਨੇ ਜੀ। ਤਾਂ ਇਹ ਰੁਝਾਨ ਜੇ ਇਸੇ ਤਰ੍ਹਾਂ ਜਾਰੀ ਰਿਹਾ
ਸਾਡੇ ਜਿਹੜੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਇਹਦੇ ਪ੍ਰਤੀ ਇਹਨਾਂ ਨੇ ਗੰਭੀਰਤਾ ਕਿਉਂ ਨਾ ਦਿਖਾਈ। ਬਿਲਕੁਲ ਜੀ। ਸਰਕਾਰਾਂ ਦਾ ਕੰਮ ਹੁੰਦਾ ਨੀਤੀਆਂ ਬਣਾ ਕੇ ਨੀਤੀਆਂ ਲਾਗੂ ਕਰਨਾ, ਲੋਕਾਂ ਨੂੰ ਰਾਹਤਾਂ ਦੇ ਰਹੀਆਂ, ਪਰ ਇਹ ਲੋਕਾਂ ਨੇ ਸਵੈ ਆਪਣੇ ਘਰ ਭਰਨ ਤੋਂ ਦੂਜਾ ਤਾਂ ਕੰਮ ਕੋਈ ਕੀਤਾ ਨਹੀਂ। ਦੋ ਜਾਂਚ ਹੋਣੀਆਂ ਚਾਹੀਦੀਆਂ ਨੇ। ਇੱਕ ਤਾਂ 1978 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਖਾੜਕੂਵਾਦ ਕਿਵੇਂ ਆਇਆ, ਉਹਦੇ ਪਿੱਛੇ ਕਿਹੜੀਆਂ ਸ਼ਕਤੀਆਂ ਜ਼ਿੰਮੇਵਾਰ ਸੀ, ਕਿਹੜੇ ਆਗੂ ਜ਼ਿੰਮੇਵਾਰ ਸੀ, ਕਿਸੇ ਨੇ ਨਹੀਂ ਕਰਾਉਣਾ। 96 'ਚ ਬਾਦਲ ਸਾਹਿਬ ਨੇ ਕਿਹਾ ਸੀ ਮੈਂ ਕਰਾਵਾਂਗਾ, 3 ਵਾਰ ਮੁੱਖ ਮੰਤਰੀ ਬਣ ਗਏ, ਉਦੋਂ ਬਾਅਦ ਇਸ ਪਾਸੇ ਵੱਲ ਅੱਖੀ ਨਹੀਂ ਪੱਟਦੇ। ਦੂਜਾ 1978 ਤੱਕ ਇਹਨਾਂ ਸਿਆਸੀ ਆਗੂਆਂ ਦਾ ਕਿੰਨਾ ਕੁ ਆਮਦਨ ਸੀ, ਕਿੰਨੀਆਂ ਕੁ ਜਾਇਦਾਦਾਂ ਸੀ, ਤੇ ਅੱਜ ਕਿੰਨੀਆਂ ਨੇ। ਪੰਜਾਬ ਆਰਥਿਕ ਪੱਖ ਤੇ ਉਦੋਂ ਕਿੱਥੇ ਖੜਾ ਸੀ, ਅੱਜ ਕਿੱਥੇ ਹੈ। ਬਿਲਕੁਲ ਜੀ। ਇਹ ਚੀਜ਼ ਕਿਸੇ ਮਾਨਯੋਗ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਜੱਜਾਂ ਤੋਂ ਕਰਾਈ ਜਾਵੇ, ਇੱਕ ਬੈਂਚ ਤੋਂ ਕਰਾਈ ਜਾਵੇ, ਤਾਂ ਪੰਜਾਬ ਨੂੰ ਬਹੁਤ ਹੀ ਚੁਕਾਣੇ ਵਾਲੇ ਅੰਕੜੇ ਸਾਹਮਣੇ ਆਉਣਗੇ ਜੀ। ਤੁਸੀਂ ਦੇਖੋਗੇ ਕਿ ਕਿੱਡਾ ਇਸ ਮਾਮਲੇ ਦੇ ਵਿੱਚ ਕਿੱਡੀ ਵੱਡੀ ਪੱਧਰ ਦੇ ਉੱਤੇ ਸਾਡੇ ਨਾਲ ਇਹਨਾਂ ਆਗੂਆਂ ਨੇ ਧੋਖੇ ਕੀਤੇ ਨੇ। ਜਿਨ੍ਹਾਂ ਦੇ ਕੋਲ 4-4 ਬੱਸਾਂ ਸੀ, ਅੱਜ 800 ਬੱਸ ਬਣਾਈ ਫਿਰਦੇ ਨੇ। ਬਿਲਕੁਲ ਜੀ। 7-7 ਸਿਤਾਰੇ ਹੋਟਲ ਬਣਾ ਲਏ, ਪਾਣੀਆਂ ਦਾ ਮੁੱਦਾ ਉਲਝਾ ਕੇ ਗੁਆਂਢੀਆਂ ਤੋਂ ਪੈਸੇ ਵੀ ਲੈ ਲਏ, ਤੇ ਸ਼ਰਮ ਨਹੀਂ ਆਈ ਜਦੋਂ 2 ਕਰੋੜ ਰੁਪਈਆ ਪਿਛਲੇ 10 ਸਾਲਾਂ ਦੇ ਵਿੱਚ ਉਹਨਾਂ ਨੂੰ ਵਾਪਸ ਕਰਨ ਲੱਗੇ ਜੀ। 77-78 ਚ ਲਿਆ 2 ਕਰੋੜ ਜੀ, ਤੇ ਹੁਣ 2 ਕਰੋੜ ਹੀ ਵਾਪਸ ਕਰਨ ਲੱਗੇ ਸੀ ਕਿ ਜੀ ਲਓ ਜੀ ਅਸੀਂ ਹਰਿਆਣੇ ਦਾ ਵਾਪਸ ਕਰਨ ਲੱਗੇ ਹਾਂ। ਸੋ ਸਾਡੇ ਸਿਆਸਤਦਾਨਾਂ ਨੇ ਇਹ ਪੰਜਾਬ ਜਿਹੜਾ ਸੋਨੇ ਦੀ ਚਿੜੀ ਭਾਰਤ ਕਹਾਉਂਦਾ ਸੀ, ਉਹ ਸੋਨੇ ਦੀ ਚਿੜੀ ਦਾ ਪਤਾ ਨਹੀਂ ਇਕੱਲੀ ਚਿੜੀ ਹੈ ਵੀ ਕਿ ਨਹੀਂ ਰਹੇਗੀ, ਜਾਂ ਉਹ ਚਿੜੀ ਵੀ ਮਾਰਤੀ ਇਹਨਾਂ ਨੇ, ਮੈਂ ਕੁਝ ਨਹੀਂ ਕਹਿ ਸਕਦਾ ਜੀ। ਢਿੱਲੋਂ ਜੀ, ਇੱਕ ਪਾਸੇ ਤਾਂ ਦੇਖਿਆ ਜਾਂਦਾ ਕਿ ਇਹਨਾਂ ਸਿਆਸੀ ਪਾਰਟੀਆਂ ਦੇ ਵੱਲੋਂ ਜਦੋਂ ਵੀ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਸਿੱਖਿਆ ਦਾ ਮੁੱਦਾ ਹਮੇਸ਼ਾ ਚੁੱਕਿਆ ਜਾਂਦਾ ਕਿ ਸਾਡੇ ਵੱਲੋਂ ਸਿੱਖਿਆ ਮੁਫਤ ਦਿੱਤੀ ਜਾਵੇਗੀ, ਪਰ ਦੇਖਿਆ ਜਾ ਰਿਹਾ ਕਿ ਜਦੋਂ ਬੱਚੇ ਸਰਕਾਰੀ ਕਾਲਜ ਦੇ ਵਿੱਚ ਵੱਡੀਆਂ ਪੜ੍ਹਾਈਆਂ ਕਰਨ ਦੇ ਵਾਸਤੇ ਅਪਲਾਈ ਕਰਦੇ ਨੇ ਤਾਂ ਉੱਥੇ ਜਿਹੜੀ ਮੈਰਿਟ ਸੂਚੀ ਹੁੰਦੀ ਆ ਉਹ ਜ਼ਿਆਦਾ ਨੰਬਰਾਂ ਤੋਂ ਚੱਕੀ ਜਾਂਦੀ ਹੈ, ਜਿਸ ਕਰਕੇ ਬੱਚਿਆਂ ਦੇ ਜਿਹੜੇ ਨੰਬਰ ਨੇ ਉਸ ਲਿਸਟ ਦੇ ਵਿੱਚ ਨਹੀਂ ਆਉਂਦੇ, ਜਿਸ ਤੋਂ ਬਾਅਦ ਉਹ ਪ੍ਰਾਈਵੇਟ ਕਾਲਜਾਂ ਦੇ ਵਿੱਚ ਐਡਮਿਸ਼ਨ ਲੈਂਦੇ ਨੇ ਜਿੱਥੇ ਖਰਚਾ ਜ਼ਿਆਦਾ ਹੁੰਦਾ, ਇਸ ਕਰਕੇ ਉਹ ਬਾਹਰ ਦਾ ਰੁੱਖ ਕਰਦੇ ਨੇ। ਤਾਂ ਕਿਉਂ ਨਹੀਂ ਸਰਕਾਰਾਂ ਦੇ ਵੱਲੋਂ ਜਦੋਂ ਛੋਟੀਆਂ ਸਿੱਖਿਆਵਾਂ ਮੁਫਤ ਕਰਨ ਦੀ ਗੱਲ ਕਹੀ ਜਾ ਰਹੀ ਆ ਤਾਂ ਇਸ ਦੇ ਚੱਲਦਿਆਂ ਜੇਕਰ ਉਹਨਾਂ ਦੇ ਵੱਲੋਂ ਕੁਝ ਅਜਿਹੇ ਸਰਕਾਰੀ ਸਿੱਖਿਆ ਦੇ ਅਦਾਰੇ ਖੋਲ੍ਹੇ ਜਾਣ ਜਿੱਥੇ ਕਿ ਖਰਚਾ ਬੇਸ਼ੱਕ ਲਿਆ ਜਾਵੇ ਪਰ ਖਰਚਾ ਇੰਨਾ ਘੱਟ ਹੋਣਾ ਚਾਹੀਦਾ ਕਿ ਜਿਹੜੇ ਲੋਕ ਵੱਡੀਆਂ ਡਿਗਰੀਆਂ ਹਾਸਲ ਕਰਨਾ ਚਾਹੁੰਦੇ ਨੇ ਘੱਟੋ ਘੱਟ ਉਹਨਾਂ ਨੂੰ ਬਾਹਰ ਜਾਣ ਦੀ ਬਜਾਏ ਸਾਡੇ ਇੱਥੇ ਪੰਜਾਬ ਦੇ ਵਿੱਚੋਂ ਸਿੱਖਿਆ ਤਾਂ ਹਾਸਲ ਹੋਵੇ। 2 ਗੱਲਾਂ ਨੇ ਰੀਨਾ ਜੀ। ਇੱਕ ਤਾਂ ਮੈਂ ਸਮਝਦਾ ਕਿ ਵਿਦਿਅਕ ਅਦਾਰੇ ਉਨੇ ਕੁ ਹੋਣੇ ਚਾਹੀਦੇ ਆ, ਉਹਦੇ ਨਾਲ ਨਾਲ ਪਲੇਸਮੈਂਟ ਜੀ, ਉਹਨਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣ। ਇਹ ਪੜ੍ਹ ਲਿਖ ਕੇ ਮੁੜ ਕੇ ਜੇ ਸੜਕਾਂ ਤੇ ਖੜ ਕੇ ਹੀ ਫਲ ਵੇਚਣੇ ਆ, ਦਿਹਾੜੀਆਂ ਕਰਨੀਆਂ, ਉਹਦਾ ਕੀ ਫਾਇਦਾ। ਬਿਲਕੁਲ ਜੀ। ਵਿਦਿਅਕ ਅਦਾਰੇ ਵੱਧ ਤੋਂ ਵੱਧ ਬਣਾਓ, ਨਾਲ ਲੋਕਾਂ ਦੇ ਦਿਮਾਗ 'ਚੋਂ ਇਹ ਵੀ ਕੱਢੋ ਕਿ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਨਹੀਂ ਦਿੱਤੀਆਂ ਜਾ ਸਕਦੀਆਂ। ਸਰਕਾਰੀ ਨੌਕਰੀਆਂ ਵੱਲ ਅਸੀਂ ਭੱਜਦੇ ਕਿਉਂ ਆ? ਕਿਉਂਕਿ ਜ਼ਿੰਮੇਵਾਰੀ ਕੋਈ ਨਹੀਂ। ਜਾਓ ਨਾ ਜਾਓ, ਕੰਮ ਸੱਭਿਆਚਾਰ ਵਿਗੜ ਗਿਆ ਸਾਡਾ। ਬਿਲਕੁਲ। ਜਿੰਨੇ ਅਦਾਰੇ ਨੇ ਪੰਜਾਬ ਦੇ, ਬਿਜਲੀ ਬੋਰਡ ਤੁਸੀਂ ਲਾ ਲਓ, ਬਿਜਲੀ ਬੋਰਡ ਦੇ ਵਿੱਚ ਅੱਜ ਤੋਂ 10 ਸਾਲ ਪਹਿਲਾਂ ਲਗਭਗ 1,10,000 ਮੁਲਾਜ਼ਮ ਸੀ ਜੀ, ਜਿਹੜਾ ਹੁਣ ਘਟ ਕੇ 40,000 ਰਹਿ ਗਿਆ ਜੀ। ਕੰਮ ਵਧਿਆ, ਮੁਲਾਜ਼ਮ ਸੁੰਗੜ ਗਏ। ਕਾਰਨ ਇਹਨਾਂ ਨੇ ਨਿੱਜੀ ਖੇਤਰਾਂ ਨੂੰ ਲਿਆ ਕੇ ਉਤਸ਼ਾਹਿਤ ਕਰਤਾ, ਨਿੱਜੀ ਕੰਪਨੀਆਂ ਨੂੰ ਜੀ, ਜਿਹਦੇ ਕਰਕੇ ਇਹ ਸਾਰਾ ਕੁਝ ਵਾਪਰਿਆ। ਦੂਜੀ ਚੀਜ਼ ਅਸੀਂ ਇਹ ਸਮਝਦੇ ਹਾਂ ਕਿ ਲੋਕਾਂ ਨੂੰ ਕੋਈ ਸਾਧਨ ਦੱਸੋ। ਜੇ ਲੋਕ ਸਵੈ ਰੁਜ਼ਗਾਰ ਵੱਲ ਜਾਣ, ਆ ਜਿਹੜੇ ਬਘਿਆੜ, ਲਾਲ ਫੀਤਾ ਸ਼ਾਹ ਤੇ ਦੂਜੇ ਤੁਹਾਡੇ ਚਿੰਬੜੇ ਹੋਏ ਨੇ, ਉਹ ਬੰਦਾ ਕਹਿੰਦਾ, ਥੋੜੇ ਦਿਨ ਪਹਿਲਾਂ ਇੱਕ ਕਾਲਰ ਨੇ ਆਪਾਂ ਨੂੰ ਕਾਲ ਕੀਤੀ ਸੀ ਜੀ, ਕਹਿੰਦਾ ਇੱਕ ਬੰਦਾ 65 ਮਾਡਲ ਦਾ ਟਰੱਕ ਲੈ ਕੇ ਜਾ ਰਿਹਾ ਤੇ ਉਹਦਾ ਜੁਰਮਾਨਾ ਕਰਤਾ RTA ਨੇ ਉਹਨੂੰ 15,000। ਉਹ ਕਹਿੰਦਾ 15,000 ਤਾਂ ਮੈਂ ਇਹਦਾ 6 ਮਹੀਨਿਆਂ 'ਚ ਕਮਾਇਆ ਨਹੀਂ। ਉਹ ਕਹਿੰਦਾ RTA ਦਾ ਜਵਾਬ ਸੁਣ ਲਓ।
ਉਹ ਕਹਿੰਦਾ 2 ਲੱਖ ਪਿਛਲੇ ਮਹੀਨੇ ਦਾ ਖੜਾ ਆ ਜੇ ਤੇ ਨਵਾਂ ਮਹੀਨਾ ਫੇਰ ਸਿਰ ਤੇ ਆ ਗਿਆ, ਮੈਂ ਕਮਾ ਕੇ ਦੇਣੇ। ਜੇ 2-2 ਲੱਖ ਮਹੀਨੇ ਦੇ ਵਿੱਚ ਇੱਕ ਬੰਦੇ ਨੇ ਲੈਣਾ ਤੋਂ ਲੈਣਾ ਹੈਗਾ ਤਾਂ ਫਿਰ ਪੰਜਾਬ ਦੇ ਖਜ਼ਾਨੇ ਦਾ ਤਾਂ ਰੱਬ ਰੱਖਾ ਹੀ ਹੈ। ਬਿਲਕੁਲ ਜੀ। ਇਹ ਖਜ਼ਾਨੇ ਦੇ ਵਿੱਚ ਜਿਹੜੇ ਮੋਟੇ ਮਗੋਰੇ ਪਏ ਵੇ ਨੇ, ਪੈਂਦੀ ਚੁਆਨੀ ਆ, ਨਿਕਲਦੇ ਆ 10 ਰੁਪਈਏ। ਇਹ ਕਿਵੇਂ ਪੂਰੇ ਹੋਣਗੇ? ਜਦੋਂ ਅਸੀਂ ਲਗਾਤਾਰ ਕਰਜ਼ਾ ਚੱਕੀ ਜਾਵਾਂਗੇ ਤੇ ਫਿਰ ਡੈਫਿਸਿਟ 'ਚ ਜਾਵਾਂਗੇ ਨਾ। ਸਾਡੇ ਮਿੱਤਰ ਨੇ ਕਈ ਇਹ ਗੱਲਾਂ ਕਰਦੇ ਆ ਕਿ ਜੇ ਅਸੀਂ ਆਪਣਾ ਥੋੜ੍ਹਾ ਜਿਹਾ ਕੰਟਰੋਲ ਕਰ ਲਈਏ, ਵਿਆਹ ਸ਼ਾਦੀਆਂ ਦਾ ਕੰਟਰੋਲ ਕਰ ਲਈਏ, ਕਈ ਚੀਜ਼ਾਂ ਅਸੀਂ ਆਪ ਕਹਾੜੇ ਮਾਰੇ ਵੇ ਨੇ। ਸਾਡਾ ਇੱਕ ਮਿੱਤਰ, ਉਹ ਰਿਸ਼ਤਾ ਕਰਾਇਆ ਉਹਨੇ, ਮੈਨੂੰ ਕਹਿੰਦਾ ਚੱਲ ਯਾਰ 5 ਮਿੰਟ ਉੱਥੇ ਜਾ ਕੇ ਉਹਨਾਂ ਆਪਾਂ ਚੱਲੀਏ ਜੀ। ਘਰੇ ਗਏ, ਹਾਂਜੀ ਦੱਸੋ ਤੁਹਾਡੀ ਕੀ ਮੰਗ ਹੈ? ਉਹ ਕਹਿੰਦਾ ਜੀ ਇੱਕ ਸਕੂਟਰ ਬਜਾਜ ਚੇਤਕ ਤੇ 50,000 ਰੁਪਇਆ ਨਕਦ। ਉਹ ਕਹਿੰਦਾ ਜੀ ਦਿੱਤਾ। ਦੋਨੇ ਜਣੇ ਨਵੇਂ ਕੁੜਮਾ ਕੁੜਮੀ ਨਜ਼ਰ ਆਉਣ ਲੱਗ ਗਏ। ਅਸੀਂ ਦੋਨੋਂ ਉੱਠ ਕੇ ਬਾਹਰ ਨੂੰ ਚਲੇ ਗਏ ਤੇ ਜਦੋਂ ਵਾਪਸ ਆਏ, ਉਹ ਜਿਹਾ ਮੁੰਡੇ ਵਾਲਾ ਕਹਿੰਦਾ ਸਾਨੂੰ, ਕਹਿੰਦਾ ਕਿਉਂ ਵੀ ਛੋਟੇ ਭਾਈ, ਇਹ ਸਰਦਾਰ ਜੀ ਕਹਿੰਦੇ ਤੁਸੀਂ ਪੈਸੇ ਛੱਡ ਹੀ ਦਿਓ, ਮੈਂ ਮਰੂਤੀ ਲੈ ਦਿੰਦਾ। ਹੁਣ ਜਿਹੜੇ ਬੰਦੇ ਨੂੰ 2.25 ਲੱਖ ਦੀ ਮਰੂਤੀ ਮਿਲਦੀ ਹੈ, ਉਹ ਸਕੂਟਰ ਦੀ ਕੀਮਤ ਸੀ 18,000 50,000 68,000 ਛੱਡ ਕੇ ਜਿਹਨੂੰ 2 ਲੱਖ ਮਿਲਦਾ ਹੈ ਤੇ ਕਹਾੜਾ ਆਪਦੇ ਆਪ ਹੀ ਪਾਲਿਆ ਨਾ ਜੀ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਐਡਾ ਵੱਡਾ ਇਹਨਾਂ ਨੇ ਮਾਰ ਲਿਆ, ਦੂਜਾ ਮੁੰਡਾ ਕੁਆਰਾ ਰਹਿ ਜੂ। ਮੈਨੂੰ ਕੀ ਕਹਿੰਦਾ, ਉਹ ਡੀਪੀ ਟੀਚਰ ਸੀ, ਕਹਿੰਦਾ ਬਾਈ ਢਿੱਲੋਂ ਐਸ ਨਾਲੋਂ ਕੋਈ ਹੋਰ ਕਮਲਾ ਜੱਟ ਹੋਰ ਲੱਭ ਜੂ ਇਹਨਾਂ ਨੂੰ, ਜਿਹੜਾ ਇਦੋਂ ਵੀ ਵੱਡਾ ਕਮਲਾ ਹੋਊਗਾ। ਭਾਵ ਕਈ ਚੀਜ਼ਾਂ ਅਸੀਂ ਆਪ ਪੈਦਾ ਕੀਤੀਆਂ ਨੇ। ਬਿਲਕੁਲ ਜੀ। ਅਸੀਂ ਆਪਦੇ ਖਰਚਿਆਂ ਵਾਲੇ ਪਾਸੇ ਨਹੀਂ ਗਏ। ਤੁਸੀਂ ਮੈਨੂੰ ਦੱਸ ਦਿਓ, ਆ ਜਿਹੜਾ ਵਿਆਹਾਂ ਦੇ ਵਿੱਚ ਬੀਬੀਆਂ ਟਰੰਕ ਭਰ ਕੇ ਇੱਧਰੋਂ ਤੁਰ ਪੈਣਗੀਆਂ, ਟਰੰਕ ਭਰ ਕੇ ਉੱਧਰ ਤੋਂ ਤੁਰ ਪੈਣਗੀਆਂ, ਜਿਹੜੇ ਉਹ ਕੱਪੜੇ ਵਗੈਰਾ ਆਉਂਦੇ ਨੇ, ਤੁਸੀਂ ਕਿਤੇ ਪਾਏ ਨੇ? ਕਿਸੇ ਨੇ ਨਹੀਂ ਉਹ ਪਾਏ। ਬਿਨਾਂ ਮਤਲਬ ਦੇ ਪੁਰਾਣੇ ਰਿਵਾਜ ਸੀ ਜਿਹੜੇ, ਕਿਤੇ ਚੰਗੇ ਸੀ। ਭਾਂਡੇ ਦਿੱਤੇ ਜਾਂਦੇ ਸੀ, ਸਾਈਕਲ ਦਿੱਤਾ ਜਾਂਦਾ ਸੀ, ਬਿਸਤਰੇ ਦਿੱਤੇ ਜਾਂਦੇ ਸੀ। ਉਹਦਾ ਮਤਲਬ ਕੀ ਸੀ ਕਿ ਜੇ ਸਾਡੀ ਲੜਕੀ ਨੂੰ ਜਾਨ ਸਾਰੀ ਅੱਡ ਹੋਣਾ ਪੈ ਜੇ ਤਾਂ ਉਹਨੂੰ ਕਿਸੇ ਚੀਜ਼ ਦੀ ਘਾਟ ਨਾ ਪਵੇ ਜੀ। ਬਿਲਕੁਲ। ਜੇ ਆਹ ਕੰਮ ਕੀਤਾ ਜਾਵੇ, ਨਿਉਂਦਾ ਪੈਂਦਾ ਸੀ, ਨਿਉਂਦਾ ਭਾਵੇਂ 1000 ਰੁਪਏ ਹੀ ਇਕੱਠਾ ਹੁੰਦਾ ਸੀ, ਜਦ 50,000 ਇਕੱਠਾ ਹੋ ਗਿਆ, ਉਹ ਉਸ ਵੇਲੇ ਲੋਕਾਂ ਨੂੰ ਇੱਕ ਸਹਾਇਤਾ ਮਿਲ ਜਾਂਦੀ ਸੀ ਜੀ। ਜਿਹੜਾ ਆਪਾਂ ਸ਼ਗਨ ਪਾਉਣ ਲੱਗੇ ਆ, ਇਹ ਵੀ ਇੱਕ ਸਹਾਇਤਾ ਸੀ ਵੀ ਔਖੇ ਤਰੀਕੇ, ਮਤਲਬ ਔਖੇ ਵੇਲੇ, ਵਿਆਹ ਸ਼ਾਦੀ ਦੇ ਵੇਲੇ ਜੇ ਮੰਨ ਲਓ 5,000 ਵੀ ਸ਼ਗਨ ਇਕੱਠਾ ਹੋ ਗਿਆ ਤਾਂ ਘੱਟੋ ਘੱਟ ਉਹਦੀ ਕਿਸੇ ਨਾ ਕਿਸੇ ਅਰਥ ਲੱਗ ਜੇ। ਜੀ ਜੀ। ਅਸੀਂ ਇਹਨਾਂ ਚੀਜ਼ਾਂ ਨੂੰ ਹੋਰ ਪਾਸੇ ਵੱਲ ਤੋਰ ਲਿਆ ਤੇ ਵਪਾਰੀ, ਇਹ ਅਸਲ ਦੇ ਵਿੱਚ ਜਿਹੜਾ ਵਪਾਰਕ ਯੁੱਗ ਹੈ, ਵਪਾਰੀਆਂ ਨੇ ਸਾਡੇ ਤੇ ਥੋਪਤਾ। ਬਿਲਕੁਲ ਜੀ। ਢਿੱਲੋਂ ਜੀ, ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੇ ਕੀਤੀਆਂ ਨੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਇਹ ਸਨ ਜਸਪਾਲ ਸਿੰਘ ਢਿੱਲੋਂ ਜੀ, ਜਿਹਨੇ ਕਿ ਇਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com, ਕਾਨੂੰਨ ਜਾਇਦਾਦ ਦਾ।